ਸਤਿ ਸ਼੍ਰੀ ਅਕਾਲ ਦੋਸਤੋ। ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਸ਼ਿਫਟ ਦਾ ਜੋ ਐਗਜ਼ਾਮ ਹੋਇਆ ਅੱਜ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਦਾ, ਕਿ ਉਸ ਦੇ ਵਿੱਚ ਕੀ ਕੁਐਸਚਨ ਪੁੱਛੇ ਗਏ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਜੀਕੇ ਦੀ। ਜੀਕੇ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਫਸਟ ਸ਼ਿਫਟ ਦੇ ਵਿੱਚ ਕਿ ਪੋਲਿਟੀ ਤੋਂ ਜ਼ਿਆਦਾ ਕੁਐਸਚਨ ਆ ਰਹੇ ਨੇ, ਆਰਟੀਕਲ ਬਾਰੇ ਪੁੱਛਿਆ ਜਾ ਰਿਹਾ। ਸ਼ਡਿਊਲ ਦੇ ਵਿੱਚ ਉਹਨਾਂ ਨੇ 4th ਸ਼ਡਿਊਲ ਦਾ ਪੁੱਛਿਆ ਸੀ। 4th ਸ਼ਡਿਊਲ ਕਾਹਦੇ ਲਈ ਹੈ, ਕਿਹਦੇ ਨਾਲ ਰਿਲੇਟ ਕਰਦਾ ਉਹ, ਹੈ ਨਾ। ਉਹਦਾ ਸੀਗਾ ਐਲੋਕੇਸ਼ਨ ਆਫ ਰਾਜ ਸਭਾ ਸੀਟਸ, ਠੀਕ ਹੈ। ਅਤੇ ਇੱਕ ਪੁੱਛਿਆ ਸੀਗਾ ਕਿ ਜੱਜ ਨੂੰ ਅਪੋਇੰਟ ਕੌਣ ਕਰਦਾ। ਇੱਕ ਤਾਂ ਹੁੰਦਾ ਕਿ ਜਿਵੇਂ ਕਿ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਆਫ ਹਾਈ ਕੋਰਟ ਨੂੰ ਕੌਣ ਕਰਦਾ, ਜੋ ਹਾਈ ਕੋਰਟ 'ਚ ਨੋਰਮਲ ਜੱਜ ਹੁੰਦੇ ਨੇ ਬਾਕੀ ਉਹਨਾਂ ਨੂੰ ਕੌਣ ਅਪੋਇੰਟ ਕਰਦਾ, ਠੀਕ ਹੈ। ਉਸ 'ਤੇ ਕੁਐਸਚਨ ਆਇਆ ਸੀਗਾ। ਅਤੇ ਇੱਕ ਪੰਚਾਇਤੀ ਰਾਜ ਲੋਕਲ ਗੌਰਮੈਂਟ ਇੰਸਟੀਟਿਊਸ਼ਨ ਦਾ ਸਾਰੇ ਚੈਪਟਰ ਪੜ੍ਹ ਲਓ। ਪੰਚਾਇਤੀ ਰਾਜ ਹੈ, ਮਿਊਨਸੀਪਲ ਕਾਰਪੋਰੇਸ਼ਨ ਹੈ, ਹੋ ਸਕਦਾ ਹੈ ਕਿ ਪਹਿਲੀ 2 ਸ਼ਿਫਟ 'ਚ ਪੰਚਾਇਤੀ ਰਾਜ ਪੁੱਛ ਲੈਣ। ਉਸ ਤੋਂ ਨੈਕਸਟ ਜੋ ਕੱਲ੍ਹ ਪੇਪਰ ਹੋਣਾ ਉਹਦੇ 'ਚ ਮਿਊਨਸੀਪਲ ਕਾਰਪੋਰੇਸ਼ਨ ਦਾ ਕੋਈ ਕੁਐਸਚਨ ਪੁੱਛ ਸਕਦੇ ਨੇ, ਕੋਈ ਅਮੈਂਡਮੈਂਟ ਪੁੱਛ ਸਕਦੇ ਨੇ, ਠੀਕ ਹੈ। ਜਿਵੇਂ 74th ਅਮੈਂਡਮੈਂਟ ਹੈ, ਜਿਵੇਂ ਕਿ ਮਿਊਨਸੀਪਲ ਕਾਰਪੋਰੇਸ਼ਨ ਦੀ 73rd ਆਪਣੀ ਪੰਚਾਇਤੀ ਰਾਜ ਦੀ ਹੈ, ਠੀਕ ਹੈ। ਹੋ ਸਕਦਾ ਨਵਾਂ ਹੀ ਪੁੱਛ ਲੈਣ ਕਿ ਸਭ ਤੋਂ ਪਹਿਲਾਂ ਪੰਚਾਇਤ ਕਿੱਥੇ ਆਈ ਸੀ, ਕਿਹੜੀ ਸਟੇਟ ਸੀ। ਤਾਂ ਅਗਰ ਦੇਖਿਆ ਜਾਵੇ ਓਵਰਆਲ ਤਾਂ ਪੰਜਾਬ ਦੇ ਕੁਐਸਚਨ ਬਹੁਤ ਘੱਟ ਆ ਰਹੇ ਨੇ ਜੀਕੇ ਦੇ ਵਿੱਚ, ਕਿਉਂਕਿ TCS ਪੇਪਰ ਕੰਡਕਟ ਕਰ ਰਿਹਾ। ਆਪਾਂ SI ਦਾ ਪੇਪਰ ਦੇਖ ਚੁੱਕੇ ਹਾਂ, ਸਵੇਰੇ ਫਸਟ ਸ਼ਿਫਟ ਆਪਾਂ ਦੇਖ ਚੁੱਕੇ ਹਾਂ। ਸਿਰਫ ਇੱਕ ਅੱਧਾ ਕੁਐਸਚਨ ਪੁੱਛਿਆ ਗਿਆ ਸੀ ਪੰਜਾਬ ਦਾ, ਉਹ ਵੀ ਸਟੇਟ ਬਰਡ ਪੁੱਛਿਆ ਗਿਆ ਸੀ ਪੰਜਾਬ ਦਾ, ਠੀਕ ਹੈ। ਹੁਣ ਇਹ ਜੋ ਪੁੱਛ ਰਹੇ ਹੈ, ਜਿਵੇਂ ਕਿ ਜੋ ਕਰੰਟ ਅਫੇਅਰ ਆ ਰਿਹਾ ਉਹ 2020 ਦਾ ਆ ਰਿਹਾ ਪੁਰਾਣਾ, ਠੀਕ ਹੈ। SI 'ਚ ਵੀ ਦੇਖਿਆ ਸੀਗਾ। ਆਪਾਂ ਉਮੀਦ ਕਰ ਰਹੇ ਸੀ ਸ਼ਾਇਦ ਲਾਸਟ ਪੇਪਰ ਤੱਕ ਸ਼ਾਇਦ ਕਿ 2021 ਦਾ ਕਰੰਟ ਅਫੇਅਰ ਪਾ ਦੇਣ, ਪਰ ਇਹਨਾਂ ਨੇ 17 ਅਗਸਤ ਤੋਂ ਲੈ ਕੇ 24 ਅਗਸਤ ਤੱਕ ਜੋ SI ਦਾ ਐਗਜ਼ਾਮ ਹੋਇਆ ਸੀ ਸਾਰਾ ਕਰੰਟ ਅਫੇਅਰ 2020 ਦਾ ਪਾ ਰੱਖਿਆ ਸੀ, ਠੀਕ ਹੈ। ਹੁਣ ਵੀ ਇਹੀ ਕੰਮ ਕਰ ਰਹੇ ਨੇ। ਫਸਟ ਸ਼ਿਫਟ ਵਿੱਚ ਵੀ ਕਰੰਟ ਅਫੇਅਰ 2020 ਦਾ ਆਇਆ ਅਤੇ ਸੈਕਿੰਡ ਸ਼ਿਫਟ 'ਚ ਵੀ ਕਰੰਟ ਅਫੇਅਰ 2020 ਦਾ ਹੀ ਪੁੱਛ ਰਹੇ ਨੇ। ਤਾਂ ਤੁਸੀਂ ਕੋਸ਼ਿਸ਼ ਕਰੋ ਜਿਹੜੇ ਨੈਕਸਟ ਐਗਜ਼ਾਮ ਹੋਣ ਵਾਲੇ ਬੱਚਿਆਂ ਦੇ, ਤਾਂ ਤੁਸੀਂ ਆਪਣਾ ਕਰੰਟ ਅਫੇਅਰ 2020 ਦਾ ਪੜ੍ਹੋ। ਜਨਵਰੀ ਤੋਂ ਲੈ ਕੇ ਦਸੰਬਰ ਤੱਕ ਇੱਕ ਵਾਰੀ ਸਾਰਾ ਪੜ੍ਹ ਲਓ। ਮਤਲਬ ਕਿ ਡੀਪਲੀ ਪੜ੍ਹਨ ਦੀ ਲੋੜ ਨਹੀਂ, ਉੱਪਰੋਂ ਫੈਕਟ ਪੜ੍ਹ ਲਓ, ਠੀਕ ਹੈ। ਕਿਉਂਕਿ ਡੀਪਲੀ ਪੜ੍ਹਨ ਬੈਠ ਜਾਓਗੇ ਬਾਕੀ ਸਬਜੈਕਟ ਰਹਿ ਜਾਣਗੇ ਤੁਹਾਡੇ। ਬਸ ਇਹ ਕਿ ਥੋੜ੍ਹਾ ਜਿਹਾ ਨੋਰਮਲੀ ਇੱਕ ਵਾਰੀ ਰੀਡਿੰਗ ਕਰ ਲਓ। ਉਹਦੇ ਨਾਲ ਕੀ ਹੋਏਗਾ, ਅਗਰ ਕੋਈ ਕੁਐਸਚਨ ਆ ਵੀ ਜਾਂਦਾ ਤਾਂ ਤੁਹਾਨੂੰ ਤੁਹਾਡਾ ਮਾਈਂਡ ਇੱਕ ਵਾਰ ਦੱਸ ਦੂਗਾ ਕਿ ਹਾਂ ਵੀ ਇਹ ਕੁਐਸਚਨ ਮੈंने ਪੜ੍ਹਿਆ ਹੋਇਆ, ਠੀਕ ਹੈ। ਤੁਸੀਂ ਤੁੱਕਾ ਤਾਂ ਮਾਰ ਸਕੋਗੇ। ਅਤੇ ਉਸ ਤੋਂ ਬਾਅਦ ਗੱਲ ਕਰਦਾ, ਇਹਨਾਂ ਨੇ ਸਾਇੰਸ 'ਚ ਕੁਐਸਚਨ ਪਾਇਆ ਸੀਗਾ। ਮੈਂ ਸਾਇੰਸ ਦਾ ਵੀ ਕਹਿ ਸਕਦਾ, ਕਾਮਨ ਸੈਂਸ ਦਾ ਵੀ ਕਹਿ ਸਕਦਾ ਕਿ ਬੋਡੀ ਪਾਰਟਸ ਨੂੰ ਡਿਸੈਂਡਿੰਗ ਆਰਡਰ 'ਚ ਲਿਖਣਾ ਸੀਗਾ। ਜਿਵੇਂ ਕਿ ਪਹਿਲਾਂ ਸਭ ਤੋਂ ਪਹਿਲਾਂ ਪੈਰ ਆਉਣਗੇ, ਫਿਰ ਗੋਡੇ ਆਉਣਗੇ, ਫਿਰ ਲੱਕ ਆਏਗਾ, ਫਿਰ ਹੈ ਨਾ, ਐਵੇਂ ਦਾ ਕੋਈ ਕੁਐਸਚਨ ਸੀਗਾ ਇਹਨਾਂ ਨੇ ਪਾਇਆ ਸੀਗਾ। ਇਹ ਇੱਕ ਕਾਮਨ ਸੈਂਸ ਟਾਈਪ ਕੁਐਸਚਨ ਸੀਗਾ। ਅਤੇ ਆਰਟ ਐਂਡ ਕਲਚਰ ਇੰਡੀਆ ਦਾ ਪੁੱਛ ਰਹੇ ਆ, ਪੰਜਾਬ ਦਾ ਨਹੀਂ ਪੁੱਛ ਰਹੇ। ਇਹ ਪੁੱਛ ਕੇ ਰਹੇ ਨੇ ਲੋਕ ਨਾਚ, ਕਿਸੇ ਸਟੇਟ ਦਾ ਲੋਕ ਨਾਚ ਪੁੱਛ ਰਹੇ ਨੇ। ਤੁਸੀਂ ਸਾਰੇ ਇੱਕ ਵਾਰ ਨਾ ਜਿੰਨੇ ਵੀ ਡਾਂਸ ਨੇ ਆਪਣੇ ਇੰਡੀਆ ਦੇ, ਜਿਵੇਂ ਕਿ ਕੁਚੀਪੁੜੀ ਕਿੱਥੋਂ ਦਾ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਗੱਲ ਕਰਦੇ ਬੀਹੂ ਕਿੱਥੋਂ ਦਾ ਹੈ, ਠੀਕ ਹੈ। ਇਹ ਸਾਰੇ ਇੱਕ ਵਾਰੀ ਪੜ੍ਹ ਲਓ। ਮਿਊਜ਼ੀਕਲ ਇੰਸਟਰੂਮੈਂਟ ਵੀ ਪੜ੍ਹ ਲਓ, ਕਿਉਂਕਿ ਇਹਨਾਂ ਨੇ ਪੁੱਛੇ ਨਹੀਂ ਹੈਗੇ, ਨੈਕਸਟ ਵਾਲੇ ਪੇਪਰਾਂ 'ਚ ਪੁੱਛ ਸਕਦੇ ਨੇ। ਸਿਤਾਰ ਕੌਣ ਵਜਾਉਂਦਾ, ਠੀਕ ਹੈ। ਸਰੋਦ ਕੌਣ ਵਜਾਉਂਦਾ, ਠੀਕ ਹੈ। ਤਬਲਾ ਵਾਦਕ ਕੌਣ ਹੈ। ਇੱਕ ਵਾਰੀ ਰੀਡ ਆਊਟ ਕਰ ਲਓ। ਜੇ ਤੁਸੀਂ ਪੜ੍ਹੋਗੇ ਤੁਹਾਨੂੰ ਤੁਹਾਡੇ ਲਈ ਬੈਨੀਫਿਟ ਹੀ ਹੈ। ਜੇ ਇਸ ਪੇਪਰ 'ਚ ਨਹੀਂ ਆਏਗਾ ਤਾਂ ਹੈੱਡ ਕਾਂਸਟੇਬਲ 'ਚ ਪੱਕਾ ਪੁੱਛਣਗੇ। ਉਸ ਤੋਂ ਬਾਅਦ ਰੀਤੀ ਰਿਵਾਜ ਪੁੱਛ ਰਹੇ ਨੇ ਹਰਿਆਣਾ ਸਟੇਟ ਦੇ। ਹੁਣ ਆਪਾਂ ਨੂੰ ਆਪਣੇ ਪੰਜਾਬ ਸਟੇਟ ਦੇ ਰੀਤੀ ਰਿਵਾਜ ਦਾ ਪਤਾ ਹੈ, ਬਟ ਆਪਾਂ ਨੂੰ ਹਰਿਆਣਾ ਸਟੇਟ ਦੇ ਰੀਤੀ ਰਿਵਾਜ ਦਾ ਪਤਾ ਨਹੀਂ ਹੈਗਾ, ਠੀਕ ਹੈ। ਤੁਸੀਂ ਇਹ ਕੁਐਸਚਨ ਸਕਿੱਪ ਵੀ ਕਰ ਸਕਦੇ ਹੋ। ਸਕਿੱਪ ਮਤਲਬ ਕਿ ਤੁੱਕਾ ਮਾਰ ਸਕਦੇ ਹੋ, ਕਿਉਂਕਿ ਨੈਗੇਟਿਵ ਮਾਰਕਿੰਗ ਤਾਂ ਹੈ ਨਹੀਂ, ਠੀਕ ਹੈ। ਅਗਰ ਤੁਸੀਂ ਆਰਟ ਐਂਡ ਕਲਚਰ ਇੱਕ ਵਾਰੀ ਤੁਸੀਂ ਪੜ੍ਹ ਲਓ ਫਿਰ ਵੀ, ਠੀਕ ਹੈ। ਅਤੇ ਓਵਰਆਲ ਜੀਕੇ ਦੇਖਾਂ ਤਾਂ ਜੀਕੇ ਟਫ ਆ ਰਹੀ ਹੈ। ਮਤਲਬ ਮੈਂ ਟਫ ਨੂੰ ਮੈਂ ਐਵੇਂ ਕਹਿ ਸਕਦਾ ਕਿ ਈਜ਼ੀ ਟੂ ਮੋਡਰੇਟ ਆ ਰਹੀ ਹੈ ਥੋੜ੍ਹੀ ਜਿਹੀ, ਕਿ ਡੀਪਲੀ ਨੌਲੇਜ ਪੁੱਛ ਰਹੇ ਨੇ। ਜਿਹੜੇ ਬੱਚੇ ਨੇ ਕਈ ਬੱਚੇ ਕਹਿੰਦੇ ਸਰ ਅਸੀਂ ਲੂਸੈਂਟ ਪੜ੍ਹ ਲੈਂਦੇ ਹਾਂ। ਬੱਚੇ ਲੂਸੈਂਟ ਦੇ ਵਿੱਚ ਵੀ ਨਾ ਫੈਕਟ ਹੀ ਨੇ, ਡੀਪਲੀ ਨੌਲੇਜ ਕੋਈ ਨਹੀਂ ਹੈਗੀ। ਹੁਣ ਜਾਂ ਮੈਂ ਤੁਹਾਨੂੰ ਕਹਾਂ ਕਿਰਨ ਦੀ ਬੁੱਕ ਪੜ੍ਹ ਲਓ, ਪਰ ਕਿਰਨ ਦੀ ਬੁੱਕ ਬਹੁਤ ਜ਼ਿਆਦਾ ਉਹਦੇ 'ਚ ਮੈਟਰ ਹੈ। ਅਤੇ ਤੁਸੀਂ ਹੁਣ 2-4 ਦਿਨ 'ਚ ਜਿਹੜਾ ਐਗਜ਼ਾਮ ਹੈਗਾ ਫਿਰ ਤੁਸੀਂ ਉਹਨੂੰ ਕਵਰ ਨਹੀਂ ਕਰ ਪਾਓਗੇ। ਜਾਂ ਤਾਂ ਹੁੰਦਾ ਨਾ ਬੱਚਾ ਸਟਾਰਟਿੰਗ ਤੋਂ ਹੀ ਪ੍ਰੈਪਰੇਸ਼ਨ ਕਰ ਰਿਹਾ ਤਾਂ ਉਸਨੂੰ ਦਿੱਕਤ ਨਹੀਂ ਆਉਂਦੀ, ਉਹ ਬੰਦਾ ਰੀਡ ਆਊਟ ਕਰ ਲੈਂਦਾ, ਕੋਈ ਗੱਲ ਨਹੀਂ ਸਰ ਮੈਂ ਪੜ੍ਹਿਆ ਹੋਇਆ ਕਿ ਮੈਨੇ ਇਹ ਚੀਜ਼ ਪੜ੍ਹਨੀ ਹੈ, ਪੜ੍ਹ ਲਾਂਗਾ, ਠੀਕ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਕਵਾਂਟ ਦੀ। ਕਵਾਂਟ ਵਿੱਚ ਉਹੀ ਸੇਮ ਆ ਰਿਹਾ। ਸੁਣਨ 'ਚ ਆਇਆ ਸੀਗਾ ਕਿ ਫਸਟ ਸ਼ਿਫਟ ਵਿੱਚ ਮੈਂਸੂਰੇਸ਼ਨ ਨਹੀਂ ਆਈ, ਠੀਕ ਹੈ। ਬਟ ਇਹਨਾਂ ਨੇ ਮੈਂਸੂਰੇਸ਼ਨ 2 ਕੁਐਸਚਨ ਪਾਏ ਨੇ। ਅਤੇ
ਹੋ ਸਕਦਾ ਮੈਂਸਟਰੂਏਸ਼ਨ ਆਈ ਵੀ ਹੋਵੇ, ਇੱਕ ਅੱਧਾ ਕੁਐਸਚਨ ਆਇਆ ਹੋਵੇ, ਬਟ ਮੈਂ ਜਿਨ੍ਹਾਂ ਸੋਰਸ ਤੋਂ ਪਤਾ ਕਰਿਆ ਕਿ ਉਹਨਾਂ ਨੇ ਤਾਂ ਮੈਨੂੰ ਇਹੀ ਕਿਹਾ ਕਿ ਮੈਂਸਟਰੂਏਸ਼ਨ ਆਈ ਨਹੀਂ। ਹੁਣ ਸੈਕੰਡ ਸ਼ਿਫਟ 'ਚ ਮੈਂਸਟਰੂਏਸ਼ਨ ਆ ਰਹੀ ਹੈ, 2 ਕੁਐਸਚਨ ਆ ਰਹੇ ਮੈਂਸਟਰੂਏਸ਼ਨ ਦੇ, ਫਾਰਮੂਲਾ ਬੇਸਡ ਕੁਐਸਚਨ ਆ ਰਹੇ ਨੇ। ਅਗਰ ਤੁਸੀਂ ਸਾਰੇ ਫਾਰਮੂਲਾ ਯਾਦ ਕੀਤੇ ਹੋਏ ਨੇ 3D 2D ਦੇ, ਠੀਕ ਹੈ, ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਆਪਾਂ ਮੌਕ ਟੈਸਟ 'ਚ ਵੀ ਦੇਖਿਆ ਸੀਗਾ, ਜਿਹੜੇ ਇਹਨਾਂ ਨੇ ਸਿੱਧਾ ਹੀ ਕੁਐਸਚਨ ਪੁੱਛਿਆ ਸੀ, ਟੋਟਲ ਸਰਫੇਸ ਏਰੀਆ ਆਫ ਹੈਮੀਸਫੀਅਰ ਇੰਨਾ ਦਿੱਤਾ ਹੋਇਆ, ਠੀਕ ਹੈ, ਤੁਸੀਂ ਉਹਦਾ ਅੱਗੇ ਵੋਲੀਅਮ ਪਤਾ ਕਰਨਾ ਹੈ, ਫਾਰਮੂਲਾ ਲਾ ਕੇ ਆਰਾਮ ਨਾਲ ਈਜ਼ੀਲੀ ਕੁਐਸਚਨ ਹੋ ਰਹੇ ਸੀ। ਇਹਦੇ 'ਚ ਬਾਰ ਗ੍ਰਾਫ, ਲਾਈਨ ਗ੍ਰਾਫ ਮੈਂ ਬਾਰ-ਬਾਰ ਕਹਿ ਰਿਹਾ, DI ਅੱਛੀ ਤਰ੍ਹਾਂ ਕਰ ਲਓ। ਇਹ ਕੁਐਸਚਨ 5 ਨੰਬਰ ਦੇ ਪੱਕੇ ਹੀ ਆ ਰਹੇ ਨੇ, ਤੁਹਾਡੇ 5 ਨੰਬਰ ਪੱਕੇ ਨੇ, ਠੀਕ ਹੈ। ਸਿੰਪਲੀਫਿਕੇਸ਼ਨ 'ਚ ਬੋਰਡ ਮਾਸ ਆ ਰਹੀ ਹੈ, 2-3 ਕੁਐਸਚਨ ਆ ਰਹੇ ਨੇ, ਈਜ਼ੀਲੀ ਹੋ ਜਾਂਦੇ ਨੇ। ਇੱਕ ਅੱਧਾ ਕੁਐਸਚਨ ਜਿਹੜਾ ਟਾਈਮ ਕੰਜ਼ਿਊਮਿੰਗ ਹੈ ਉਹ ਦੇਖ ਕੇ ਤੁਸੀਂ ਕਰ ਸਕਦੇ ਹੋ, ਕਿਉਂਕਿ ਬੱਚੇ ਮੈਨੂੰ ਇਹ ਕਹਿ ਰਹੇ ਨੇ, ਮੈਂ ਸੁਣਨ 'ਚ ਆਇਆ ਕਿ ਸਰ ਸਾਡਾ 3 ਘੰਟੇ ਵੀ ਥੋੜ੍ਹੇ ਲੱਗ ਰਹੇ ਸਾਨੂੰ ਪੇਪਰ 'ਚ। ਕਿਉਂਕਿ ਮੈਥ ਹੈ, ਟਾਈਮ ਕੰਜ਼ਿਊਮਿੰਗ ਹੈ, ਕੰਪਿਊਟਰ 'ਚ ਬੱਚੇ ਉਲਝ ਰਹੇ ਨੇ, ਟਫ ਬਹੁਤ ਆ ਰਿਹਾ, ਕੰਪਿਊਟਰ ਮੋਡਰੇਟ ਆ ਰਿਹਾ। ਬੱਚਿਆਂ ਦੇ ਅਸੀਂ ਪੜ੍ਹੇ ਨਹੀਂ ਹੋਏ ਇੰਨਾ, ਕਿ ਜਿਹੜੇ ਬੱਚੇ ਨੇ BCA ਕੀਤੀ ਹੋਈ ਹੈ, BTech ਕੀਤੀ ਹੋਈ ਹੈ, ਬੱਚੇ ਕਰ ਸਕਦੇ ਨੇ। ਸਾਡੇ ਵਰਗੇ BA ਜਿਹੜਾ ਗ੍ਰੈਜੂਏਸ਼ਨ ਕੀਤੀ ਹੈ, ਸਾਨੂੰ ਔਖਾ ਲੱਗ ਰਿਹਾ, ਠੀਕ ਹੈ, ਤਾਂ ਵੀ ਤੁੱਕੇ ਮਾਰ ਕੇ ਤਾਂ ਆ ਹੀ ਰਹੇ ਬੱਚੇ। ਬਟ ਮੈਂ ਗੱਲ ਕਰ ਰਿਹਾ ਕਿ ਤੁਸੀਂ ਇਹ ਚੀਜ਼ਾਂ ਚੰਗੀ ਤਰ੍ਹਾਂ ਕਰ ਲਓ। ਤੁਹਾਨੂੰ ਹੁਣ ਦਿਖ ਰਿਹਾ ਕਿ ਫਸਟ ਸ਼ਿਫਟ 'ਚ ਵੀ ਆਇਆ, ਸੈਕੰਡ ਸ਼ਿਫਟ 'ਚ ਵੀ ਇਹ ਕੁਐਸਚਨ ਰਿਪੀਟ ਹੋ ਰਹੇ ਨੇ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਾਂ, ਸਿੰਪਲ ਇੰਟਰਸਟ ਆ ਰਿਹਾ, ਪ੍ਰੋਫਿਟ ਲੋਸ ਆ ਰਿਹਾ, ਰੇਸ਼ੋ ਆ ਰਹੀ ਹੈ। ਪਰਸੈਂਟੇਜ ਦਾ ਇੱਕ ਕੁਐਸਚਨ ਦੇਖਣ ਨੂੰ ਮਿਲਿਆ, ਜਿਸ 'ਚ ਆਪਾਂ ਨੂੰ ਇਹ ਸੀਗਾ ਕਿ 2 ਬੱਚਿਆਂ ਦੇ ਇੰਨੇ ਮਾਰਕਸ ਨੇ, ਅਗਰ ਇੱਕ ਬੱਚਾ 75% ਤੋਂ ਜ਼ਿਆਦਾ ਮਾਰਕਸ ਲੈਂਦਾ ਤਾਂ ਉਹਦੇ ਪਰਸੈਂਟੇਜ ਕੱਢਣੀ ਸੀ, ਤਾਂ ਦੂਜੇ ਤੋਂ ਕਿੰਨੀ ਪਰਸੈਂਟੇਜ ਆਉਂਦੀ ਹੈ ਨਾ, ਡਿਫਰੈਂਸ ਮਤਲਬ ਦੱਸਣਾ ਸੀ ਉਹਦਾ। ਐਵੇਂ ਦਾ ਕੋਈ ਕੁਐਸਚਨ ਸੀਗਾ ਪਰਸੈਂਟੇਜ 'ਤੇ। ਫਰੈਕਸ਼ਨ ਦੇ ਕੁਐਸਚਨ ਸੀ, ਜਿਵੇਂ 3/8, ਇਹਦਾ ਫਰੈਕਸ਼ਨ ਦੱਸੋ ਕਿੰਨਾ ਬਣੂਗਾ ਦਾ ਨਾ, ਕਿ ਜਿਵੇਂ ਆਪਾਂ ਮੌਕ ਟੈਸਟ 'ਚ ਵੀ ਦੇਖਿਆ ਸੀਗਾ, ਇੱਕ 3/8 ਹੈ, ਇੱਕ 5/7 ਹੈ, ਇਹਦੇ ਵਿਚਕਾਰ ਕਿਹੜਾ ਲਾਈ ਕਰੇਗਾ। 4 ਆਪਸ਼ਨਾਂ ਸੀਗੀਆਂ, ਇੱਕ ਟਿਕ ਕਰਨਾ ਸੀਗਾ। ਅਤੇ ਮੈਥ ਬੱਚੇ ਕਰਕੇ ਆ ਰਹੇ ਨੇ, ਲੈਂਥੀ ਹੈ ਬਟ ਲੇਕਿਨ ਮੈਥ ਹੋ ਰਿਹਾ। ਉਸ ਤੋਂ ਬਾਅਦ ਗੱਲ ਕਰਦਾ ਰੀਜ਼ਨਿੰਗ ਦੀ। ਹੁਣ ਬੱਚੇ ਪੁੱਛ ਰਹੇ ਸਰ ਇੰਬੈਡਡ ਪਿਕਚਰ ਤਾਂ ਹੈ ਹੀ ਨਹੀਂ ਸਾਡੇ ਸਿਲੇਬਸ 'ਚ। ਮੈਨੂੰ ਹੁਣੀ ਕਮੈਂਟ ਆਇਆ ਸੀ ਲਾਸਟ, ਜਿਹੜਾ ਮੈਨੇ ਫਸਟ ਐਨਾਲਾਈਜ਼ ਕਰ ਰਿਹਾ ਸੀ ਪੇਪਰ ਦਾ, ਤਾਂ ਬੱਚੇ ਦੱਸਣਾ ਚਾਹੂੰਗਾ, ਨੋਨ ਵਰਬਲ ਦੇ ਵਿੱਚ ਇੰਬੈਡਡ ਪਿਕਚਰ ਆਉਂਦੀਆਂ ਨੇ, ਆਪਣਾ ਮਿਰਰ ਇਮੇਜ ਆਉਂਦੀ ਹੈ, ਵਾਟਰ ਇਮੇਜ ਆਉਂਦੀ ਹੈ। ਤੁਸੀਂ ਉਹ ਇੱਕ ਵਾਰੀ RS ਅਗਰਵਾਲ ਦੀ ਬੁੱਕ 'ਚੋਂ ਦੇਖ ਲਓ, ਥੋੜ੍ਹਾ ਜਿਹਾ ਆਈਡੀਆ ਲੈ ਲਓ ਕਿ ਕੁਐਸਚਨ ਕਿਵੇਂ ਹੋਣਾ। ਜਦੋਂ ਤੁਸੀਂ ਪੇਪਰ 'ਚ ਬੈਠੋਗੇ, ਜਦੋਂ ਤੁਸੀਂ ਪਿਕਚਰ ਨੂੰ ਦੇਖੋਗੇ ਨਾ, ਉਹਦਾ ਕੰਬੀਨੇਸ਼ਨ ਦੇਖੋਗੇ ਫਸਟ ਅਤੇ ਸੈਕਿੰਡ ਨਾਲ, ਤਾਂ ਥਰਡ ਦਾ ਫੋਰਥ ਦਾ ਨਿਕਲ ਹੀ ਜਾਏਗਾ। ਫੋਰਥ ਆਪਸ਼ਨ ਵਿੱਚੋਂ 3 ਆਪਸ਼ਨਾਂ ਤਾਂ ਗਲਤ ਹੋਣਗੀਆਂ, ਇੱਕ ਆਪਸ਼ਨ ਸਹੀ ਹੋਏਗੀ। ਤੁਸੀਂ ਉਹ ਚੂਜ਼ ਕਰਨੀ ਆਪਸ਼ਨ, ਠੀਕ ਹੈ। ਉਹ ਆਪਸ਼ਨ ਉਦੋਂ ਹੀ ਚੂਜ਼ ਹੋਏਗੀ ਜਦੋਂ ਤੁਹਾਨੂੰ ਮਾੜਾ ਮੋਟਾ ਆਈਡੀਆ ਹੋਏਗਾ ਕਿ ਪਹਿਲੀ ਜਿਹੜੀ ਇਮੇਜ ਹੈ ਉਹ ਦੂਜੀ ਇਮੇਜ ਨਾਲ ਕਿਵੇਂ ਰਿਲੇਟ ਕਰ ਰਹੀ ਹੈ। ਸਮਝ ਰਹੇ ਹੋ ਪੁਆਇੰਟ ਨੂੰ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੇਨ ਡਾਇਗਰਾਮ। ਵੇਨ ਡਾਇਗਰਾਮ ਪਹਿਲੇ 'ਚ ਵੀ ਆਈ ਸੀਗੀ, ਦੂਸਰੇ 'ਚ ਵੀ ਆਈ ਸੀ, ਅਤੇ ਮੌਕ ਟੈਸਟ 'ਚ ਵੀ ਦੇਖਣ ਨੂੰ ਮਿਲੀ ਸੀ। ਤਾਂ ਵੇਨ ਡਾਇਗਰਾਮ ਤੁਸੀਂ ਪੱਕੀ ਕਰ ਹੀ ਲਓ। RS ਅਗਰਵਾਲ ਬੁੱਕ ਖੋਲ੍ਹੋ, ਵੇਨ ਡਾਇਗਰਾਮ ਚੈਪਟਰ ਕੱਢੋ, ਜਿਹੜੇ ਰਿਲੇਸ਼ਨ ਦਿੱਤੇ ਹੋਏ ਨੇ ਐਨੀਮਲ ਦਾ, ਕੋਈ ਹਿਊਮਨ ਦਾ, ਉਹ ਸਾਰੇ ਇੱਕ ਵਾਰ ਨਾ ਆਪਣੇ ਦਿਮਾਗ 'ਚੋਂ ਕਨਸੈਪਟ ਸਾਰੇ ਕਲੀਅਰ ਕਰ ਲਓ ਇੱਕ। ਉਸ ਤੋਂ ਬਾਅਦ ਕੋਡਿੰਗ ਡਿਕੋਡਿੰਗ ਈਜ਼ੀ ਆ ਰਹੀ ਹੈ, ਬਲੱਡ ਰਿਲੇਸ਼ਨ ਈਜ਼ੀ ਕੁਐਸਚਨ ਆ ਰਹੇ ਨੇ, ਡਾਇਰੈਕਸ਼ਨ ਐਂਡ ਡਿਸਟੈਂਸ ਈਜ਼ੀ ਕੁਐਸਚਨ ਆ ਰਹੇ। ਬੱਚਾ ਆਰਾਮ ਨਾਲ, ਮਤਲਬ ਕਿ ਜਿਹਨੂੰ ਡਾਇਰੈਕਸ਼ਨ ਬਣਾਉਣੀ ਆਉਂਦੀ ਹੈ, ਨੌਰਥ ਸਾਊਥ ਵੈਸਟ ਈਸਟ, ਹੈ ਨਾ, ਅਤੇ ਉਹ ਆਰਾਮ ਨਾਲ ਉਸ ਨੂੰ ਕਰ ਪਾ ਰਿਹਾ ਹੈ। ਜਿਹੜੇ ਬੱਚਿਆਂ ਨੂੰ ਦਿੱਕਤ ਹੈ ਡਾਇਰੈਕਸ਼ਨ 'ਚੋਂ, ਉਹ ਇੱਕ ਵਾਰੀ ਕਨਸੈਪਟ ਕਲੀਅਰ ਕਰ ਲੈਣ ਆਪਣੇ RS ਅਗਰਵਾਲ 'ਚੋਂ, ਠੀਕ ਹੈ। ਅਤੇ ਉਸ ਤੋਂ ਬਾਅਦ ਆਰਡਰ ਰੈਂਕਿੰਗ ਦੇ ਕੁਐਸਚਨ ਆ ਰਹੇ ਨੇ, ਲੈਫਟ ਤੋਂ ਇੰਨਾ ਰੈਂਕ ਹੈ, ਰਾਈਟ ਤੋਂ ਇੰਨਾ ਹੈ, ਅਗਰ ਇੰਟਰਚੇਂਜ ਕਰਦੇ ਤਾਂ ਦੱਸੋ ਜੀ ਕਿੰਨਾ ਰੈਂਕ ਬਣ ਗਿਆ, ਠੀਕ ਹੈ। ਐਨਾਲੋਗੀ ਦੇ ਕੁਐਸਚਨ ਆ ਰਹੇ ਨੇ, ਅਲਫਾਬੈਟ ਸੀਰੀਜ਼ ਆ ਰਹੀ ਹੈ, ਦੇਖਣ ਨੂੰ ਮਿਲ ਰਹੀ ਹੈ। ਫਸਟ ਸ਼ਿਫਟ 'ਚ ਆਪਾਂ ਨੂੰ ਅਲਫਾਬੈਟ ਸੀਰੀਜ਼ ਦੇਖਣ ਨੂੰ ਨਹੀਂ ਮਿਲੀ, ਬਟ ਇਸ ਵਾਰੀ ਅਲਫਾਬੈਟ ਸੀਰੀਜ਼ ਦੇਖਣ ਨੂੰ ਮਿਲ ਰਹੀ ਹੈ। ਹੋ ਸਕਦਾ ਹੈ ਕੱਲ੍ਹ ਦੇ ਐਗਜ਼ਾਮ 'ਚ ਕੁਝ ਡਿਫਰੈਂਟ ਦੇਖਣ ਨੂੰ ਮਿਲੇ, ਠੀਕ ਹੈ। ਆਪਣੀ ਤਿਆਰੀ ਖਿੱਚ ਕੇ ਰੱਖੋ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਕੰਪਿਊਟਰ ਦੀ। ਸਭ ਤੋਂ ਟਫ ਪਾਰਟ ਜੋ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਕੰਪਿਊਟਰ ਦਾ, ਬੱਚਿਆਂ ਦੇ ਕੰਨਾਂ 'ਚ ਧੂੰਆਂ ਨਿਕਲਿਆ ਹੋਇਆ, ਕਹਿੰਦੇ ਸਰ ਕੰਪਿਊਟਰ ਇੰਨਾ ਟਫ ਕਿਉਂ ਆ ਰਿਹਾ। ਬੱਚਿਓ ਟਫ ਤਾਂ ਆਊਗਾ, ਇੰਟੈਲੀਜੈਂਸ ਦਾ ਪੇਪਰ ਹੈ, ਠੀਕ ਹੈ। ਉਹਨਾਂ ਨੇ ਕੀ ਰੱਖੀ ਹੈ ਕੁਆਲੀਫਿਕੇਸ਼ਨ, BTech, BCA, BSc IT, BIT। ਕੰਪਿਊਟਰ ਟਫ ਆਏਗਾ ਹੀ ਆਏਗਾ, ਠੀਕ ਹੈ। ਉਹਨਾਂ ਨੇ ਈਜ਼ੀ ਨਹੀਂ ਪਾਣੇ। ਹੁਣ ਬੱਚੇ ਜਿਵੇਂ ਕਹਿੰਦੇ ਸੀ ਕਿ ਜੀ ਰੈਮ ਕਿਹੜੀ ਮੈਮਰੀ ਹੈ ਦੱਸੋ ਜੀ, ਇਹੋ ਜਿਹੇ ਕੁਐਸਚਨ ਆਉਣਗੇ, ਠੀਕ ਹੈ, ਜਾਂ ਸੌਫਟਵੇਅਰ 'ਤੇ ਕੋਈ ਕੁਐਸਚਨ ਆ ਜਾਏਗਾ। ਬਟ ਉਹ ਕੁਐਸਚਨ ਕੀ ਪਾ ਰਹੇ ਨੇ, ਸਰਚ ਇੰਜਨ। ਜੋ ਮੈਨੂੰ ਦੇਖਣ ਨੂੰ ਮਿਲੇ ਨੇ ਕੁਐਸਚਨ, ਜਿਵੇਂ ਕਿ ਪ੍ਰਾਇਮਰੀ ਗੂਗਲ, ਹੋਸਟ ਗੂਗਲ, ਦੱਸੋ ਇਸ 'ਚ ਕਿਹੜਾ ਸਰਚ ਇੰਜਨ ਹੈਗਾ, ਕਿਹੜਾ ਨਹੀਂ ਹੈਗਾ। 2 ਆਪਸ਼ਨਾਂ ਹੋਰ ਸੀਗੀਆਂ। ਅਤੇ OTT ਦੇ ਕੁਐਸਚਨ ਆ ਰਿਹਾ ਓਵਰ ਦਾ ਟੋਪ 'ਤੇ, ਕਿ ਉਹਨਾਂ ਨੇ ਇੱਕ ਸਟੇਟਮੈਂਟ ਬਣਾਈ ਹੋਈ ਹੈ, ਤੁਸੀਂ ਦੱਸਣਾ ਹੈ ਕਿ ਪਹਿਲੀ ਸਟੇਟਮੈਂਟ ਸਹੀ ਹੈ ਜਾਂ ਦੂਜੀ ਸਹੀ ਹੈ, ਦੋਨੇ ਸਹੀ ਹੈ, ਦੋਨੇ ਗਲਤ ਹੈ। ਅਗਰ ਤੁਸੀਂ ਇਹਨੂੰ ਅੱਛੀ ਤਰ੍ਹਾਂ ਕਨਸੈਪਟ ਪੜ੍ਹਿਆ ਹੋਇਆ OTT ਦਾ, ਠੀਕ ਹੈ, ਫਿਰ ਤੁਸੀਂ ਕਰ ਪਾਓਗੇ। ਅਗਰ ਤੁਸੀਂ ਫੈਕਟ ਪੜ੍ਹੇ ਹੋਏ ਆ ਫਿਰ ਤੁਹਾਡੇ ਲਈ ਮੁਸ਼ਕਿਲ ਹੈ। ਫਿਰ ਤੁਸੀਂ ਤੁੱਕਾ ਮਾਰ ਕੇ ਆਓਗੇ, ਗਲਤ ਵੀ ਹੋ ਸਕਦਾ, ਸਹੀ ਵੀ ਹੋ ਸਕਦਾ, ਉਹਦੀ ਕੋਈ ਪ੍ਰੋਫਿਬਿਲਿਟੀ ਨਹੀਂ ਹੈਗੀ ਹਲੇ।
ਮੈਮਰੀ ਦੇ ਕੁਐਸਚਨ ਆਏ ਸੀ ਰੈਮ ਦੇ ਰਿਗਾਰਡਿੰਗ, ਬਟ ਇਹ ਬੱਚਿਆਂ ਨੇ ਕਲੀਅਰ ਨਹੀਂ ਕੀਤਾ, ਕਿਉਂਕਿ ਜਦੋਂ ਬੱਚੇ ਐਗਜ਼ਾਮ ਦੇ ਕੇ ਬਾਹਰ ਆਉਂਦੇ ਤਾਂ ਕੁਝ ਮਾਈਂਡ ਵਾਸ਼ ਵੈਸੇ ਹੀ ਹੋ ਜਾਂਦਾ ਉਹਨਾਂ ਦਾ ਬਾਹਰ ਆਉਂਦੇ ਸਾਰਾ ਨਾ, ਤਾਂ ਉਹਨਾਂ ਨੇ ਕਲੀਅਰ ਨਹੀਂ ਕੀਤਾ। ਪਰ ਇਹ ਦੱਸਿਆ ਸੀ ਕਿ ਰੈਮ ਦੇ ਕੁਐਸਚਨ ਆਇਆ ਸੀ ਕਿ ਮੈਮਰੀ ਬੇਸ ਕੋਈ। ਸ਼ਾਰਟਕਟ ਕੀਜ਼ ਆ ਰਹੀਆਂ ਨੇ MS ਆਫਿਸ 2019 ਦੀਆਂ, ਵਰਡ ਦੀ ਪੁੱਛ ਰਹੇ ਨੇ, ਐਕਸਲ ਦੀ ਪੁੱਛ ਰਹੇ ਨੇ। ਸੈਕਿੰਡ ਸ਼ਿਫਟ ਵਿੱਚ ਇੱਕ ਵਰਜ਼ਨ ਪੁੱਛ ਰਹੇ ਨੇ ਕਿ MS ਵਰਡ 2016 ਮੰਨ ਲਓ ਜਾਂ MS ਐਕਸਲ 2016 ਤੋਂ 2019 ਵਿੱਚ ਕਨਵਰਟ ਹੋਇਆ, ਤਾਂ ਉਸ ਵਰਜ਼ਨ ਵਿੱਚ ਕੀ ਚੇਂਜਸ ਆਈਆਂ ਨੇ। ਠੀਕ ਹੈ, ਇੱਕ ਵਾਰੀ ਸਾਰਾ ਕੰਸੈਪਟ ਪੜ੍ਹ ਲਿਓ ਗੂਗਲ ਤੋਂ ਸਰਚ ਕਰਕੇ। ਅਤੇ ਉਸ ਤੋਂ ਬਾਅਦ ਜਨਰੇਸ਼ਨ ਦੇ ਕੁਐਸਚਨ ਪੁੱਛਿਆ ਜਾ ਰਿਹਾ ਕਿ ਜਿਹੜੇ ਪਰਸਨਲ ਕੰਪਿਊਟਰ ਨੇ ਕਿਹੜੀ ਜਨਰੇਸ਼ਨ ਵਿੱਚ ਆਏ ਸੀਗੇ। ਠੀਕ ਹੈ, ਹੁਣ ਜਿਵੇਂ ਲਾਸਟ ਟਾਈਮ ਫਸਟ ਸ਼ਿਫਟ 'ਚ ਪੁੱਛਿਆ ਸੀ ਇਹਨਾਂ ਨੇ, ਫਸਟ ਸ਼ਿਫਟ 'ਚ ਦੇਖਣ ਨੂੰ ਮਿਲਿਆ ਸੀ ਕੁਐਸਚਨ ਕਿ ਜਿਹੜੀ C ਲੈਂਗੁਏਜ ਹੈ ਉਹ ਕਿਹੜੀ ਜਨਰੇਸ਼ਨ 'ਚ ਆਈ ਸੀ। ਠੀਕ ਹੈ, ਤਾਂ ਜਨਰੇਸ਼ਨ ਅੱਛੀ ਤਰ੍ਹਾਂ ਪੜ੍ਹ ਲਓ। ਜਨਰੇਸ਼ਨ ਇਹ ਨਹੀਂ ਪੁੱਛ ਰਹੇ ਕਿ ਪਹਿਲੀ ਜਨਰੇਸ਼ਨ 'ਚ ਕੀ ਬਣਿਆ ਕੀ ਨਹੀਂ ਬਣਿਆ, ਉਹ ਉਹਨਾਂ ਨੇ SI 'ਚ ਪੁੱਛ ਲਿਆ। ਹੁਣ ਇਹ ਡਿਫਰੈਂਟ ਪੁੱਛ ਰਹੇ ਨੇ ਥੋੜ੍ਹਾ ਜਿਹਾ। ਹੁਣ HTTP ਦੀ ਫੁੱਲ ਫੋਰਮ ਨਹੀਂ ਪੁੱਛੀ, ਇਹਨਾਂ ਨੇ ਪੁੱਛਿਆ HTTP ਦੇ ਵਿੱਚ P ਦੀ ਫੁੱਲ ਫੋਰਮ ਦੱਸੋ, ਪ੍ਰੋਟੋਕੋਲ। ਠੀਕ ਹੈ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਓਪਰੇਟਿੰਗ ਸਿਸਟਮ ਦੇ ਕੁਐਸਚਨ ਆ ਰਿਹਾ, ਕੰਪਿਊਟਰ ਹਾਰਡਵੇਅਰ ਦੇ ਕੁਐਸਚਨ ਆ ਰਹੇ ਨੇ। ਸਵੇਰੇ ਆਪਾਂ ਗੱਲ ਕਰਕੇ ਹਟੇ ਸੀ ਨਾ ਸਿਸਟਮ ਸੌਫਟਵੇਅਰ ਦੀ ਅਤੇ ਐਪਲੀਕੇਸ਼ਨ ਸੌਫਟਵੇਅਰ ਦੀ, ਉਹ ਅੱਛੀ ਤਰ੍ਹਾਂ ਪੜ੍ਹ ਲਓ ਕਿਉਂਕਿ ਓਪਰੇਟਿੰਗ ਸਿਸਟਮ ਦੇ ਕੁਐਸਚਨ ਆ ਰਹੇ ਨੇ। ਅਤੇ ਇਹ ਤੁਸੀਂ ਕੁਐਸਚਨ ਜਿਹੜੇ ਹੈਗੇ ਨੇ ਇਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਜਿਵੇਂ ਕੁਛ ਬੱਚੇ ਕਹਿੰਦੇ ਸਰ ਸਾਡਾ ਕੰਪਿਊਟਰ ਲੈਵਲ ਇੰਨਾ ਹੈ ਨਹੀਂ ਸੀਗਾ। ਠੀਕ ਹੈ, ਮੈਂ ਤੁਹਾਡੀ ਗੱਲ ਮੰਨਦਾ, ਤੁਸੀਂ ਇੰਨੀ ਤਿਆਰੀ ਨਹੀਂ ਕੀਤੀ ਸੀ, ਕਾਫੀ ਟਫ ਆ ਗਿਆ, ਜੋ ਤੁਸੀਂ ਉਸ ਚੀਜ਼ ਨੂੰ ਸੁਣਿਆ ਵੀ ਨਹੀਂ ਸੀਗਾ। ਜੋ ਚੀਜ਼ ਤੁਹਾਨੂੰ ਆਉਂਦੀ ਹੈ ਉਹਨੂੰ ਬਿਲਕੁਲ ਐਕੂਰੇਟ ਕਰਕੇ ਆਓ। ਠੀਕ ਹੈ, ਜੋ ਨਹੀਂ ਆਉਂਦੀ ਤੁੱਕੇ ਤਾਂ ਮਾਰਨੀ ਹੈ। ਠੀਕ ਹੈ, ਹੁਣ ਗੱਲ ਕਰਦੇ ਹਾਂ ਇੰਗਲਿਸ਼ ਅਤੇ ਪੰਜਾਬੀ ਦੀ। ਇੰਗਲਿਸ਼ 'ਚ ਰੀਡਿੰਗ ਕੰਪਰੀਹੈਂਸ਼ਨ ਆ ਰਹੀ ਹੈ 5 ਨੰਬਰ ਦੀ। ਇੱਕ ਪੈਰਾ ਜੰਬਲ ਆ ਰਿਹਾ, ਜਿਵੇਂ PQRS ਸਟੇਟਮੈਂਟ ਦਿੱਤੀ ਹੋਈ ਹੈ, ਤੁਸੀਂ ਉਹਨਾਂ ਨੂੰ ਆਪਸ 'ਚ ਨਾ ਰਿਲੇਟ ਕਰਕੇ ਇੱਕ ਸਟੇਟਮੈਂਟ ਬਣਾਉਣੀ ਹੈ ਕਿ ਇਹਨਾਂ 'ਚ ਕਿਹੜਾ ਸਹੀ ਹੈ, ਕਿ PQRS ਸਹੀ ਹੈ, QPRS ਸਹੀ ਹੈ। ਠੀਕ ਹੈ, ਟਰਾਂਸਲੇਸ਼ਨ ਆ ਰਹੀ ਹੈ ਪੰਜਾਬੀ ਟੂ ਇੰਗਲਿਸ਼। ਠੀਕ ਹੈ, ਜਿਵੇਂ ਪੰਜਾਬੀ 'ਚ ਕੋਈ ਅਨੁਵਾਦ ਦੇ ਦਿੰਦੇ ਨੇ ਕਿ ਜਿਵੇਂ ਕੋਈ ਵੀ ਤੁਹਾਨੂੰ ਇੱਕ ਸਟੇਟਮੈਂਟ ਦੇਣਗੇ ਪੰਜਾਬੀ 'ਚ, ਉਹਨੂੰ ਇੰਗਲਿਸ਼ 'ਚ ਟਰਾਂਸਲੇਟ ਕਰੋ ਤੁਸੀਂ। ਠੀਕ ਹੈ, ਇਹ ਈਜ਼ੀ ਆ ਰਹੀ ਹੈ, ਇਹ ਜ਼ਿਆਦਾ ਟਫ ਨਹੀਂ ਹੈਗੀ। ਐਰਰ ਡਿਟੈਕਸ਼ਨ ਦਾ ਕੁਐਸਚਨ ਈਜ਼ੀ ਆ ਰਿਹਾ। ਜਿਹੜੇ ਬੱਚੇ ਗ੍ਰਾਮੈਟੀਕਲ ਮਿਸਟੇਕ ਆ ਰਹੀ ਹੈ, ਤਾਂ ਜਿਹੜੇ ਬੱਚੇ ਥੋੜ੍ਹੀ ਬਹੁਤੀ ਨੌਲੇਜ ਰੱਖਦੇ ਨੇ ਤਾਂ ਉਹ ਆਸਾਨੀ ਨਾਲ ਇਹ ਕੁਐਸਚਨ ਕਰ ਰਹੇ ਨੇ। ਪੰਜਾਬੀ ਦੇ ਲੈਵਲ ਅਗਰ ਪੈਰਾਗ੍ਰਾਫ ਫਿਰ ਟਫ ਆਇਆ, ਸੁਣਨ 'ਚ ਆਇਆ ਕਿ ਜੋ ਫਸਟ ਸ਼ਿਫਟ ਸੀ ਉਹਦੇ 'ਚ ਟਫ ਸੀਗਾ ਪੈਰਾਗ੍ਰਾਫ ਪੰਜਾਬੀ ਦਾ, ਇਹਦੇ 'ਚ ਬਹੁਤ ਟਫ ਆਇਆ ਥੋੜ੍ਹਾ ਜਿਹਾ ਨਾ, ਮਤਲਬ ਕਿ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ। ਟਿਪੀਕਲੀ ਪੰਜਾਬੀ 'ਚ ਇਸ ਤਰ੍ਹਾਂ ਦਾ ਉਹਨਾਂ ਨੇ ਪੈਰਾਗ੍ਰਾਫ ਪਾ ਰੱਖਿਆ ਕਿ ਬੱਚੇ ਕਨਫਿਊਜ਼ ਹੋ ਰਹੇ ਨੇ। ਕਨਫਿਊਜ਼ ਮਤਲਬ ਜੇ 5 ਕੁਐਸਚਨ ਨੇ ਤਾਂ 3 ਕੁਐਸਚਨ ਤਾਂ ਬੱਚੇ ਕਰ ਰਹੇ ਨੇ, 2 ਕੁਐਸਚਨ ਬੱਚਿਆਂ ਤੋਂ ਨਹੀਂ ਹੋ ਰਹੇ। ਉਹ ਥੋੜ੍ਹੇ ਨਾ ਟਾਈਮ ਕੰਜ਼ਿਊਮਿੰਗ ਨੇ, ਉਹ ਟਾਈਮ ਲੈ ਰਹੇ ਨੇ ਸਮਝਣ ਵਾਸਤੇ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਬੱਚਿਆਂ ਨੂੰ। ਸਵੇਰੇ ਵੀ ਹੋਇਆ ਸੀਗਾ ਅਤੇ ਹੁਣ ਵੀ। ਟਰਾਂਸਲੇਸ਼ਨ ਇੰਗਲਿਸ਼ ਤੋਂ ਪੰਜਾਬੀ ਆ ਰਹੀ ਹੈ ਆਪਣੀ, ਸ਼ੁੱਧ ਸ਼ਬਦ ਆ ਰਹੇ ਨੇ, ਮੁਹਾਵਰੇ ਆ ਰਹੇ ਨੇ। ਠੀਕ ਹੈ, ਤਾਂ ਇਹ ਤਾਂ ਰਿਹਾ ਆਪਣਾ ਸਾਰਾ ਐਨਾਲਾਈਜ਼ ਸੈਕਿੰਡ ਪੇਪਰ ਦਾ। ਅਗਰ ਮੈਂ ਗੱਲ ਕਰਾਂ ਤਾਂ ਤੁਹਾਨੂੰ ਕੀ ਕੁਛ ਕਰਨਾ ਚਾਹੀਦਾ ਇਹਦੇ ਵਿੱਚ। ਅਗਰ ਕਿਸੇ ਬੱਚੇ ਦੇ GK ਦੀ ਗੱਲ ਕਰਾਂ, GK ਤੁਸੀਂ ਪੋਲਿਟੀ ਅੱਛੀ ਤਰ੍ਹਾਂ ਪੜ੍ਹੋ। ਠੀਕ ਹੈ, ਪੋਲਿਟੀ 'ਚ ਪਹਿਲੇ 4 ਸੈਕਸ਼ਨ ਨੇ, ਜਿਵੇਂ ਕੌਨਸਟੀਟਿਊਸ਼ਨ ਪੜ੍ਹ ਲਓ ਅੱਛੀ ਤਰ੍ਹਾਂ। ਕੌਨਸਟੀਟਿਊਸ਼ਨ ਦਾ ਕੋਈ ਕੁਐਸਚਨ ਦੇਖਣ ਨੂੰ ਨਹੀਂ ਮਿਲਿਆ, ਸਿਰਫ ਆਰਟੀਕਲ ਦੇਖਣ ਨੂੰ ਮਿਲੇ ਨੇ। ਠੀਕ ਹੈ, ਸ਼ਡਿਊਲ ਪੜ੍ਹ ਲਓ ਅੱਛੀ ਤਰ੍ਹਾਂ। ਸ਼ਡਿਊਲ ਜਿਵੇਂ ਇੱਕ ਸ਼ਡਿਊਲ ਪੁੱਛਿਆ, ਹੋ ਸਕਦਾ ਨੈਕਸਟ ਟਾਈਮ ਕੱਲ੍ਹ ਕੋਈ 6 ਸ਼ਡਿਊਲ ਜਾਂ 7 ਸ਼ਡਿਊਲ ਜਾਂ 8 ਸ਼ਡਿਊਲ ਪੁੱਛ ਸਕਦੇ ਨੇ। ਠੀਕ ਹੈ, ਇਹ ਤਾਂ ਯਾਰ ਟਿਪਸ 'ਤੇ ਰੱਖ ਲਓ ਪੋਲਿਟੀ ਨੂੰ। ਤਾਂ ਪੋਲਿਟੀ ਤਾਂ ਬਹੁਤ ਈਜ਼ੀ ਹੈ। SI 'ਚ ਵੀ ਪੋਲਿਟੀ ਆ ਰਹੀ ਹੈ, ਹੈੱਡ ਕੌਂਸਟੇਬਲ 'ਚ ਵੀ ਹੈ, ਇਸ ਕੌਂਸਟੇਬਲ 'ਚ ਵੀ ਹੈ, ਜਿਹੜਾ ਅੱਗੇ ਕੌਂਸਟੇਬਲ ਪੇਪਰ ਆਊਗਾ ਨੋਰਮਲ ਡਿਸਟ੍ਰਿਕਟ ਦਾ, ਉਹਦੇ 'ਚ ਵੀ ਪੋਲਿਟੀ ਆ ਰਹੀ ਹੈ। ਠੀਕ ਹੈ, ਇਹਨੂੰ ਤਾਂ ਤੁਸੀਂ ਟਿਪਸ 'ਤੇ ਰੱਖੋ ਪੋਲਿਟੀ ਨੂੰ। ਅਤੇ ਇਹ ਤਾਂ ਸਿੰਪਲ ਜਿਹੇ ਕੁਐਸਚਨ ਹੈ ਕਿ ਅਗਰ ਮੈਂ ਪੋਲਿਟੀ ਗੱਲ ਕਰਾਂ, ਪੋਲਿਟੀ ਤਾਂ ਤੁਹਾਡੇ ਟਿਪਸ 'ਤੇ ਹੋਣੀ ਚਾਹੀਦੀ ਹੈ। ਅਗਰ ਪੋਲਿਟੀ ਦੇ 15 ਕੁਐਸਚਨ ਆ ਰਹੇ ਆ ਤਾਂ ਤੁਹਾਡੇ 10 ਤੋਂ 12 ਕੁਐਸਚਨ ਬਿਲਕੁਲ ਸਹੀ ਹੋਣੇ ਚਾਹੀਦੇ ਪੋਲਿਟੀ ਦੇ। 40 ਨੰਬਰ GK ਹੈ। ਹਾਂ, ਕਰੰਟ ਅਫੇਅਰ 2020 ਦਾ ਆ ਰਿਹਾ, ਉਸ 'ਚ ਮੈਂ ਕਹਿ ਸਕਦਾ ਕੁਛ ਬੱਚੇ ਹੋ ਸਕਦਾ ਨਹੀਂ ਇੰਨੇ ਪ੍ਰਪੇਅਰ, ਕੁਛ ਨਹੀਂ ਬਹੁਤ ਜ਼ਿਆਦਾ। ਹੁਣ ਜਿਵੇਂ ਬੱਚੇ ਕਹਿ ਰਹੇ ਸੀ ਕੱਟ ਆਫ 80 ਜਾਊਗੀ ਜੀ, ਕੱਟ ਆਫ 80 ਨਹੀਂ ਜਾਊਗੀ, 100+ ਹੀ ਕੱਟ ਆਫ ਜਾਏਗੀ, ਕਿਉਂਕਿ ਇਸ ਨੈਗੇਟਿਵ ਮਾਰਕਿੰਗ ਹੈਗੀ। ਕਈਆਂ ਬੱਚਿਆਂ ਨੂੰ ਤੁੱਕੇ ਵੀ ਸਹੀ ਲੱਗ ਜਾਂਦੇ ਨੇ। ਠੀਕ ਹੈ, ਅਤੇ ਆਪਣਾ ਆਰਟ ਐਂਡ ਕਲਚਰ ਪੜ੍ਹ ਕੇ ਜਾਓ ਸਾਰਾ, ਪੰਜਾਬ ਦਾ ਹੀ ਪੜ੍ਹ ਕੇ ਜਾਓ, ਇੰਡੀਆ ਦਾ ਹੀ ਪੜ੍ਹ ਕੇ ਜਾਓ। ਹੋ ਸਕਦਾ ਜੇ ਪੰਜਾਬ ਦਾ ਨਹੀਂ ਪੁੱਛਿਆ ਕੱਲ੍ਹ ਪੰਜਾਬ ਦਾ ਪੁੱਛ ਲੈਣ। ਠੀਕ ਹੈ, ਪੰਜਾਬ ਅਤੇ ਇੰਡੀਆ ਦੋਨਾਂ ਦਾ ਪੜ੍ਹ ਕੇ ਜਾਓ। ਅਤੇ ਜਿੰਨੇ ਵੀ ਡਾਂਸ ਨੇ ਸਾਰੇ ਉਹ ਤੁਸੀਂ ਪੜ੍ਹ ਲਓ, ਮਿਊਜ਼ੀਕਲ ਇੰਸਟਰੂਮੈਂਟ ਪੜ੍ਹ ਲਓ GK ਵਿੱਚ। ਠੀਕ ਹੈ, ਅਗਰ ਮੈਂ ਗੱਲ ਕਰਾਂ ਕਮਾਂਡ ਦੀ, ਕਮਾਂਡ 'ਚ ਮੈਂਸੂਰੇਸ਼ਨ ਦੇ ਨਾ ਫਾਰਮੂਲੇ ਟਿਪਸ ਤੋਂ ਯਾਦ ਰੱਖ ਲਓ, ਕੋਈ ਟ੍ਰਿਕ ਬਣਾ ਲਓ ਉਹਦੀ ਫਾਰਮੂਲਿਆਂ ਦੀ। ਠੀਕ ਹੈ, ਅਤੇ ਫਾਰਮੂਲਾ ਬੇਸ ਕੁਐਸਚਨ ਆ ਰਿਹਾ, ਅਗਰ ਤੁਹਾਨੂੰ ਫਾਰਮੂਲਾ ਯਾਦ ਆ ਤੁਸੀਂ ਆਰਾਮ ਨਾਲ ਈਜ਼ੀਲੀ
ਕੁਐਸਚਨ ਕਰ ਪਾਓਗੇ। ਬਾਕੀ ਬਾਰ ਗ੍ਰਾਫ ਲਾਈਨ ਗ੍ਰਾਫ 'ਤੇ ਆਪਣੀ ਪਕੜ ਬਣਾ ਲਓ, ਉਹਦੇ 'ਚ ਪਰਸੈਂਟੇਜ ਰੇਸ਼ੋ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ। ਅਤੇ ਅਗਰ ਮੈਂ ਗੱਲ ਕਰਾਂ ਅੱਗੇ ਰੀਜ਼ਨਿੰਗ ਦੀ, ਰੀਜ਼ਨਿੰਗ 'ਚ ਬੱਚਿਆਂ ਦੀ ਪਕੜ ਕਿੱਥੇ ਲੂਜ਼ ਹੁੰਦੀ ਹੈ, ਨੋਨ ਵਰਬਲ ਦੇ ਵਿੱਚ। ਨੋਨ ਵਰਬਲ 'ਚ ਕਾਫੀ ਕੁਐਸਚਨ ਗਲਤ ਕਰਕੇ ਆਉਂਦੇ ਆ ਉਹ। ਜਾਂ ਫਿਰ ਅਗਰ ਮੈਂ ਗੱਲ ਕਰਦਾ ਉਹਨਾਂ ਦੀ ਵੈਨ ਡਾਇਗਰਾਮ 'ਚ, ਇਹ ਦੋ ਮੇਨ ਪਾਰਟ ਹੈ ਰੀਜ਼ਨਿੰਗ ਦੇ ਜਿਹੜੇ ਗਲਤ ਕਰਕੇ ਆਉਂਦੇ ਬੱਚੇ ਮੋਸਟਲੀ। ਇੱਕ ਐਨਾਲੋਗੀ, ਅਗਰ ਐਨਾਲੋਗੀ ਸਿੰਪਲ ਆ ਗਈ ਤਾਂ ਬੱਚੇ ਕਰ ਜਾਂਦੇ ਆ, ਨਹੀਂ ਤਾਂ ਮੋਸਟਲੀ ਬੱਚੇ ਸਾਰੇ ਐਨਾਲੋਗੀ ਵੀ ਗਲਤ ਕਰਕੇ ਆਉਂਦੇ ਆ। ਠੀਕ ਹੈ। ਕੰਪਿਊਟਰ ਦਾ ਤੁਹਾਨੂੰ ਦੱਸ ਹੀ ਦਿੱਤਾ ਮੈਨੇ ਤਰੀਕਾ। ਜਿਹੜਾ ਸਿਲੇਬਸ ਹੈ ਉਸ ਤੋਂ ਇੱਕ ਵਾਰੀ ਗੋ ਥਰੂ ਹੋ ਜਾਓ, ਸ਼ਾਰਟਕਟ ਕੀ ਸਾਰੀਆਂ ਕਰ ਲਓ। ਇਹ ਤਾਂ ਤੁਹਾਨੂੰ ਕਨਫਰਮ ਹੈ ਸ਼ਾਰਟਕਟ ਕੀ ਤੁਹਾਨੂੰ ਪੱਕਾ ਆਉਣੀਆਂ ਨੇ। ਠੀਕ ਹੈ। ਇਸ ਤੋਂ ਕੋਈ ਨੰਬਰ ਲੂਜ਼ ਨਾ ਕਰੋ। ਅਗਰ ਨੰਬਰ ਲੂਜ਼ ਕਰੋ ਤੁਹਾਡੀ ਬੇਵਕੂਫੀ ਹੈ। ਤੁਹਾਨੂੰ ਮੈਂ ਦੱਸ ਚੁੱਕਿਆ ਫਸਟ ਜੋ ਸ਼ਿਫਟ 'ਚ ਵੀ ਪੁੱਛ ਰਹੇ ਨੇ, ਸੈਕਿੰਡ ਸ਼ਿਫਟ 'ਚ ਵੀ ਪੁੱਛ ਰਹੇ ਨੇ, ਅਤੇ SI 'ਚ ਵੀ ਪੁੱਛੀਆਂ ਸੀਗੀਆਂ। ਠੀਕ ਹੈ। ਹੁਣ ਹੋ ਸਕਦਾ ਹੈੱਡ ਕਾਂਸਟੇਬਲ 'ਚ ਵੀ ਅੱਗੇ ਪੁੱਛਣ। ਅਤੇ ਤੁਸੀਂ ਆਪਣੀ ਜਨਰੇਸ਼ਨ ਅੱਛੀ ਤਰ੍ਹਾਂ ਪੜ੍ਹ ਲਓ ਕੰਪਿਊਟਰ ਦੇ ਵਿੱਚ। ਠੀਕ ਹੈ। ਸ਼ਾਰਟਕਟ ਕੀਜ਼ ਕਰ ਲਓ। ਫੁੱਲ ਫੋਮ ਕੋਈ ਵੀ ਐਸੀ ਨਾ ਹੋਵੇ ਜੋ ਤੁਹਾਨੂੰ ਆਉਂਦੀ ਨਾ ਹੋਵੇ, ਸਾਰੀਆਂ ਫੁੱਲ ਫੋਮ ਇੱਕ ਵਾਰੀ ਕਰ ਲਓ, ਗੋ ਥਰੂ ਹੋ ਜਾਓ। ਅਤੇ ਓਪਰੇਟਿੰਗ ਸਿਸਟਮ ਅੱਛੀ ਤਰ੍ਹਾਂ ਪੜ੍ਹ ਲਓ। ਜੇ 30 ਨੰਬਰ ਦਾ ਆ ਰਿਹਾ ਕੰਪਿਊਟਰ ਤਾਂ ਮੈਂ ਕਹਿ ਕੇ ਚੱਲ ਸਕਦਾ 15 ਨੰਬਰ ਤੁਸੀਂ ਆਰਾਮ ਨਾਲ ਲੈ ਸਕਦੇ ਹੋ। ਜਿਹੜੇ ਕੰਪਿਊਟਰ ਬੈਕਗਰਾਊਂਡ ਤੋਂ ਨਹੀਂ ਬਿਲੋਂਗ ਕਰਦੇ, ਗ੍ਰੈਜੂਏਸ਼ਨ ਬੇਸ ਨੇ, ਉਹ 15 ਨੰਬਰ ਤਾਂ ਲੈ ਹੀ ਸਕਦੇ ਨੇ। ਕਿਉਂਕਿ ਅਗਰ ਕੋਈ ਟਫ ਵੀ ਕੁਐਸਚਨ ਆ ਰਿਹਾ, ਅਗਰ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਤਾਂ ਜਿਹੜੇ ਦੂਸਰੇ ਨੋਰਮਲ ਕੁਐਸਚਨ ਆ ਤੁਸੀਂ ਕਰ ਸਕਦੇ ਹੋ ਨਾ। ਠੀਕ ਹੈ। ਅਤੇ ਬਾਕੀ ਬੈਸਟ ਆਫ ਲੱਕ, ਆਪਣਾ ਵਧੀਆ ਦਿਓ। ਅਤੇ ਮੈਂ ਉਮੀਦ ਕਰਦਾ ਸਾਰੇ ਬੱਚੇ ਅੱਛੇ ਨੰਬਰ ਲੈ ਕੇ ਪਾਸ ਹੋਣ। ਥੈਂਕ ਯੂ।